ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਅੰਦਰੂਨੀ ਟਕਰਾਅ ਬਾਰੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਸੁਪਰੀਮ ਕੋਰਟ ਵੱਲੋਂ ਕੀਤੇ ਦੋ ਵੱਡੇ ਫੈਸਲਿਆਂ ਬਾਰੇ। ਸਾਡੇ ਨਾਲ ਇਹਨਾਂ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਜੇਕਰ ਗੱਲ ਕਰੀਏ ਪਿਛਲੇ ਕੁਝ ਸਮੇਂ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਦੇਸ਼ ਧਰੋਹ ਦੇ ਜਾਂ ਅਨਲਾਫੁਲ ਐਕਟੀਵਿਟੀ ਦੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਕਈ ਮੁਕੱਦਮੇ ਦਰਜ ਕੀਤੇ ਗਏ ਨੇ। ਉਹਨਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਵੱਲੋਂ ਅੱਜ ਇੱਕ ਟਿੱਪਣੀ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਸੁਪਰੀਮ ਕੋਰਟ ਨੇ ਉਹ ਟਿੱਪਣੀ ਕੀ ਕੀਤੀ ਹੈ ਤੇ ਉਸ ਦੇ ਪਿੱਛੇ ਕੀ ਕਾਰਨ ਜਿਹੜੇ ਹੈਗੇ ਰਹੇ ਨੇ। ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇੱਕ ਕਾਫੀ ਲੰਮੇ ਸਮੇਂ ਤੋਂ ਇੱਕ ਗੱਲ ਬਣ ਗਈ, ਖਾਸ ਤੌਰ 'ਤੇ ਜਦੋਂ ਤੋਂ ਬੀਜੇਪੀ ਗਵਰਨਮੈਂਟ ਆਈ ਹੈ, ਕਿ ਕਿਸੇ ਸਰਕਾਰ ਦੇ ਖਿਲਾਫ ਬੋਲਣਾ ਵੀ ਉਹਨੂੰ ਦੇਸ਼ ਧਰੋਹ ਮੰਨ ਲਿਆ ਜਾਂਦਾ ਅਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ, ਜਿਵੇਂ ਸਰਕਾਰ ਅਤੇ ਦੇਸ਼ ਇੱਕੋ ਚੀਜ਼ ਹੁੰਦੀ ਹੈ। ਹਾਲਾਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਦਾ ਮਤਲਬ ਇਹ ਇੱਕ ਬੁਨਿਆਦੀ ਹੱਕ ਹੈ ਕਿਸੇ ਬੰਦੇ ਦਾ ਕਿ ਉਹ ਸਰਕਾਰਾਂ ਦੀਆਂ ਨੀਤੀਆਂ ਦੀ ਆਲੋਚਨਾ ਕਰੇ ਔਰ ਉਹਨਾਂ ਨੂੰ ਜਵਾਬਦੇਹ ਬਣਾਉਣ ਦੇ ਲਈ ਇਹ ਜ਼ਰੂਰੀ ਵੀ ਹੈ ਜਮਹੂਰੀਅਤ ਦੇ ਵਿੱਚ। ਪਰ ਪਿਛਲੇ ਸਮੇਂ ਜਿਹੜਾ 2019 ਦੇ ਵਿੱਚ ਹੀ NIA ਅਤੇ UAPA ਦੋਨੋਂ ਕਾਨੂੰਨਾਂ ਦੇ ਵਿੱਚ ਸੋਧ ਤੋਂ ਬਾਅਦ ਇਹ ਕਾਨੂੰਨ ਕਾਫੀ ਜ਼ਿਆਦਾ ਹੱਦ ਤੱਕ ਗੌਰਮੈਂਟ ਨੂੰ ਇੰਨੇ ਹੱਕ ਦੇਣ ਲੱਗ ਗਿਆ ਕਿ ਕਿਸੇ ਦੀ ਵੀ ਜ਼ੁਬਾਨਬੰਦੀ ਲਈ ਇਹ ਬਹੁਤ ਮਤਲਬ ਇੱਕ ਹਥਿਆਰ ਬਣ ਗਿਆ ਉਹਨਾਂ ਦੇ ਉਹਦੇ 'ਚ। ਇਸੇ ਕਰਕੇ ਇਸੇ ਦੇ ਤਹਿਤ ਕਿੰਨੇ ਹੀ ਬੰਦੇ ਅੰਦਰ ਬੰਦ ਨੇ ਔਰ ਜਿਨ੍ਹਾਂ ਦੀ ਜ਼ਮਾਨਤ ਨਹੀਂ ਹੋ ਰਹੀ 2-2 ਸਾਲਾਂ ਦੇ ਉੱਤੋਂ। ਅਤੇ ਉਹੋ ਜਿਹੀ ਇੱਕ ਮੁਕੱਦਮਾ ਆਂਧਰਾ ਪ੍ਰਦੇਸ਼ ਦਾ ਆਇਆ ਸੁਪਰੀਮ ਕੋਰਟ ਦੇ ਵਿੱਚ। ਆਂਧਰਾ ਪ੍ਰਦੇਸ਼ ਦੇ 2 TV ਚੈਨਲਾਂ ਦਾ ਮਾਮਲਾ ਹੈ। ਤੇਲਗੂ ਭਾਸ਼ਾ ਨਾਲ ਸੰਬੰਧਿਤ ਇਹ ਦੋਨੋਂ ਚੈਨਲ ਨੇ। ਦੋਨੋਂ ਚੈਨਲਾਂ ਦੇ ਵਿੱਚ ਤੇ ਇਹ ਕੇਸ ਉਹਨਾਂ ਨੇ ਦਰਜ ਕੀਤਾ ਦੇਸ਼ ਧਰੋਹ ਦਾ ਕਿ ਉੱਥੋਂ ਦਾ ਇੱਕ ਮੈਂਬਰ ਪਾਰਲੀਮੈਂਟ ਹੈ, ਨਾਲੇ ਉਸੇ ਪਾਰਟੀ ਦਾ ਜਿਹੜੀ YSR ਕਾਂਗਰਸ ਹੈ, ਜਿਹੜੀ ਸੱਤਾਧਾਰੀ ਹੈ, ਚੀਫ ਮਿਨਿਸਟਰ ਉਹਦਾ ਹੈ, ਅਤੇ ਉਸ ਪਾਰਟੀ ਦੇ MP ਨੇ ਆਪਣੀ ਸਰਕਾਰ 'ਤੇ ਕਰੋਨਾ ਦੇ ਦੌਰਾਨ ਠੀਕ ਤਰੀਕੇ ਨਾਲ ਕੰਮ ਨਾ ਕਰਨ ਦਾ ਇਲਜ਼ਾਮ ਲਾਇਆ ਜੀ। ਅਤੇ ਉਸੇ ਨੂੰ ਆਧਾਰ ਬਣਾ ਕੇ ਕਿ ਤੁਸੀਂ ਉਹਦੀ ਜਿਹੜੀ ਉਹ ਬਿਆਨ ਹੈ ਉਹਨੂੰ ਚਲਾਇਆ TV ਚੈਨਲ 'ਤੇ, ਲੋਕਾਂ ਨੂੰ ਦਿਖਾਇਆ, ਤੁਸੀਂ ਬਦਨਾਮੀ ਕੀਤੀ, ਦੇਸ਼ ਦੇ ਖਿਲਾਫ ਭੁਗਤੇ ਹੋ, ਇਸ ਲਈ ਦੇਸ਼ ਧਰੋਹ ਦਾ ਪਰਚਾ ਦਰਜ ਕਰਤਾ ਜੀ। ਉਹ MP ਤਾਂ ਫੜਿਆ ਹੀ ਹੋਇਆ, 14 ਮਈ ਦੇ ਨੇੜੇ ਤੇੜੇ ਸੀ, ਉਹਨੂੰ ਵੀ ਅਰੈਸਟ ਕਰ ਲਿਆ ਅਤੇ ਇਹਨਾਂ ਚੈਨਲਾਂ ਨੂੰ ਵੀ ਮਤਲਬ ਉਹਦੇ 'ਤੇ ਪਰਚਾ ਦਰਜ ਕਰਤਾ। ਅਤੇ ਸੁਪਰੀਮ ਕੋਰਟ ਨੇ ਉਹਨਾਂ 'ਤੇ ਤਾਂ ਰੋਕ ਲਾਤੀ, ਪਰ ਨਾਲ ਇਹ ਕਿਹਾ ਕਿ ਲੱਗਦਾ ਕਿ ਹੁਣ ਇਹ ਸਮਾਂ ਆ ਗਿਆ ਕਿ ਜਿਸ ਤਰੀਕੇ ਨਾਲ ਦੁਰਵਰਤੋਂ ਹੋ ਰਹੀ ਹੈ ਜਿਹੜੀ ਸੈਡੀਸ਼ਨ ਦੀ ਜਾਂ ਦੇਸ਼ ਧਰੋਹ ਦੇ ਮੁਕੱਦਮੇ ਦੀ, ਇਹਦੀਆਂ ਲਿਮਟ ਜਿਹੜੀ ਹੈ ਇਹਦੇ 'ਤੇ ਲਾਉਣ ਦੀ ਲੋੜ ਹੈ, ਇਹਦੀਆਂ ਹੱਦ ਤੈਅ ਕਰਨ ਦੀ ਲੋੜ ਹੈ ਕਿ ਇੱਕ ਖਾਸ ਉਹਦੇ ਤੋਂ ਨਾ ਜਾਵੇ। ਉਹਦੇ ਤੋਂ ਇਹ ਨਜ਼ਰ ਆ ਰਿਹਾ ਕਿ ਇਹਦਾ ਮਤਲਬ ਪ੍ਰਾਈਮਾ ਫੇਸੀ ਮੁੱਢਲੇ ਤੌਰ 'ਤੇ ਸੁਪਰੀਮ ਕੋਰਟ ਨੇ ਦੇਰ ਆਏ ਦਰੁਸਤ ਆਏ ਦੀ ਗੱਲ ਹੈ ਕਿ ਵੈਸੇ ਤਾਂ ਲੰਮੇ ਸਮੇਂ ਤੋਂ ਲੋਕ ਪਟੀਸ਼ਨਾਂ ਪਾ ਰਹੇ ਨੇ ਕਿ ਇਹ ਗੱਲ ਗਲਤ ਹੈ ਔਰ ਇਸ ਤਰੀਕੇ ਦੀ ਨਹੀਂ ਹੋਣੀ ਚਾਹੀਦੀ। ਔਰ ਸੁਪਰੀਮ ਕੋਰਟ ਨੇ ਜੇ ਇਹ ਟਿੱਪਣੀ ਜਿਹੜੀ ਕੀਤੀ ਹੈ ਉਸ ਮਾਮਲੇ ਦੇ ਉੱਤੇ ਔਰ ਇਹਦੇ 'ਤੇ ਜਵਾਬ ਵੀ ਮੰਗਿਆ ਮਤਲਬ ਸਰਕਾਰ ਤੋਂ ਕਿ ਤੁਸੀਂ ਦੱਸੋ ਇਹਦੇ 'ਤੇ ਕਿਵੇਂ ਕਰਨਾ ਚਾਹੀਦਾ। ਉਹਦਾ ਮਤਲਬ ਇਹ ਹੈ ਕਿ ਜਿਹੜਾ ਫੰਡਾਮੈਂਟਲ ਰਾਈਟ ਹੈ, ਬੁਨਿਆਦੀ ਹੱਕ ਹੈ ਫਰੀਡਮ ਆਫ ਸਪੀਚ ਦਾ, ਬੋਲਣ ਦਾ, ਆਪਣੀ ਗੱਲ ਕਹਿਣ ਦਾ, ਅਤੇ ਇਸੇ ਤਰ੍ਹਾਂ ਗੱਲ ਕਹਿ ਕੇ ਸਰਕਾਰਾਂ ਨੂੰ ਤੋਂ ਜਵਾਬ ਲੈਣ ਦਾ, ਜੇ ਉਹ ਬੰਦ ਕਰ ਦੇਣਾ ਤੁਸੀਂ ਅਤੇ ਫਿਰ ਤਾਂ ਕੋਈ ਮਤਲਬ ਨਹੀਂ ਜਮਹੂਰੀਅਤ ਦਾ ਬਚਦਾ ਕਿਸੇ ਵੀ ਰੂਪ ਦੇ ਵਿੱਚ। ਔਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਕੇਸ ਕਿੰਨੇ ਹੀ ਆਏ ਨੇ। ਔਰ ਸਟੈਨ ਸਵਾਮੀ ਜਿਹੜਾ 84 ਸਾਲ ਦਾ ਬੰਦਾ ਹੈ ਜੀ, ਇੱਕ ਪਾਦਰੀ ਹੈ, ਅਤੇ ਉਹਨੂੰ ਵੀ ਬੰਦ ਕੀਤਾ ਹੋਇਆ ਕਿ ਤੇਰੇ ਮਾਓਵਾਦੀਆਂ ਨਾਲ ਸੰਬੰਧ ਨੇ। ਅਤੇ ਉਹ ਅੱਜ ਹੀ ਖਬਰ ਛਪੀ ਹੈ ਕਿ ਕਰੋਨਾ ਪੋਜ਼ੀਟਿਵ ਵੀ ਆਏ ਨੇ ਜਿੱਥੋਂ, ਅਤੇ ਉਹਨਾਂ ਦਾ ਇਲਾਜ ਦੇ ਸਵਾਲ ਹੈ ਕਿ ਇਲਾਜ ਕਿਉਂ ਨਹੀਂ ਕਰਾਇਆ ਜਾਂਦਾ। ਉਹ ਵੀ ਕੋਰਟ ਨੇ ਕਿਹਾ ਕਿ ਇਲਾਜ ਹਸਪਤਾਲ 'ਚ ਕਰਾਓ, ਤੁਸੀਂ ਤਾਂ ਜੇਲ੍ਹ 'ਚ ਕਿਉਂ ਰੱਖੀ ਬੈਠੇ ਹੋ। ਅਤੇ ਇਸੇ ਤਰ੍ਹਾਂ ਵਰਵਰਾ ਰਾਓ ਦੀ ਜ਼ਮਾਨਤ ਵੀ ਕੇਵਲ 80 ਸਾਲ ਤੋਂ ਵੱਡਾ ਉਹ ਸੀਗਾ, ਕੇਵਲ ਮੈਡੀਕਲ ਗਰਾਊਂਡ 'ਤੇ ਹੀ ਹੋਈ ਹੈ, ਬੜਾ ਮੁਸ਼ਕਲ। ਬਾਕੀ ਦੇ ਸੁਧਾ ਭਾਰਦਵਾਜ ਤੋਂ ਲੈ ਕੇ ਪ੍ਰੋਫੈਸਰ ਤੇਲਤੁੰਬੜੇ ਤੋਂ ਲੈ ਕੇ ਨੌਲਖੇ ਤੋਂ ਲੈ ਕੇ ਕਿੰਨੇ ਹੀ ਬੰਦੇ ਅੰਦਰ ਬੰਦ ਨੇ 2-2 ਸਾਲ ਤੋਂ ਜਿਨ੍ਹਾਂ ਦੀ ਜ਼ਮਾਨਤ ਨਹੀਂ ਹੋ ਰਹੀ। ਉਹ ਤਾਂ ਇੱਕ ਗੱਲ ਹੈ, ਉਹ ਤਾਂ ਵੱਡੇ ਨਾਮ ਨੇ, ਫਿਰ ਵੀ ਚਰਚਾ 'ਚ ਆ ਜਾਂਦੇ ਨੇ, ਪਰ ਉਹਨਾਂ ਤੋਂ ਬਿਨਾਂ ਵੀ ਬਹੁਤ ਲੋਕਾਂ 'ਤੇ ਦੇਸ਼ ਧਰੋਹ ਦਾ ਜਿਹੜਾ ਪਰਚਾ ਪਾ ਕੇ ਤੁਸੀਂ ਅੰਦਰ ਬੰਦ ਕੀਤਾ ਹੋਇਆ। ਇਹ ਸੁਪਰੀਮ ਕੋਰਟ 'ਚ ਪਹਿਲਾਂ ਵੀ ਚੈਲੰਜ ਕੀਤਾ ਹੋਇਆ, ਚੁਣੌਤੀ ਦਿੱਤੀ ਹੋਈ ਹੈ ਲੋਕਾਂ ਨੇ ਕਿ ਇਹਦੇ ਅਸਲ ਦੇ ਵਿੱਚ ਸੋਚਣ ਦਾ ਸਵਾਲ ਇਹ ਹੈ ਕਿ ਜਿਵੇਂ ਪਹਿਲਾਂ ਵਾਲੇ ਕਾਨੂੰਨ ਸੀ ਜਿਨ੍ਹਾਂ ਨੂੰ ਤਾਨਾਸ਼ਾਹ ਕਾਨੂੰਨ, ਨਿਰੰਕੁਸ਼ ਕਾਨੂੰਨ ਮੰਨਿਆ ਜਾਂਦਾ ਸੀ, ਚਾਹੇ ਉਹ ਪੋਟਾ ਸੀ, ਟਾਡਾ ਸੀ, ਜਿਹੜੇ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਸੀ, ਉਹਨਾਂ ਨੂੰ ਜਦੋਂ ਬਾਰ-ਬਾਰ ਮਨੁੱਖੀ ਅਧਿਕਾਰ ਜਥੇਬੰਦੀਆਂ ਉਠਾਉਂਦੀਆਂ ਸੀ ਉਹ ਮੁੱਦਾ ਕਿ ਇਹ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਖਿਲਾਫ ਹੈ ਜੀ। ਇਸੇ ਤਰ੍ਹਾਂ ਇਹ ਕਾਨੂੰਨ ਵੀ ਇਹ ਮੰਨਿਆ ਜਾਂਦਾ ਕਿ ਸੰਵਿਧਾਨ ਦੇ ਬੁਨਿਆਦੀ ਭਾਵਨਾ ਦੇ ਖਿਲਾਫ ਹੈ ਅਤੇ
ਬੁਨਿਆਦੀ ਤੌਰ ਤੇ ਫੰਡਾਮੈਂਟਲ ਰਾਈਟ ਜਿਹੜਾ ਬੁਨਿਆਦੀ ਅਧਿਕਾਰ ਹੈ ਉਹਦੇ ਖਿਲਾਫ ਹੈ, ਇਹ ਕਾਨੂੰਨ ਨਹੀਂ ਠਹਿਰਨਾ ਚਾਹੀਦਾ। ਔਰ ਇਸ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ, ਇਸ ਕਾਨੂੰਨ ਦੇ ਰਾਹੀਂ ਖਾਸ ਤੌਰ ਤੇ ਉਹਨੇ ਨਾਲ ਜ਼ਰੂਰ ਇਹ ਕਿਹਾ ਕਿ ਇਹਦੀਆਂ ਹੱਦਾਂ ਤੈਅ ਕਰਨੀਆਂ ਚਾਹੀਦੀਆਂ, ਖਾਸ ਤੌਰ ਤੇ ਮੀਡੀਆ ਫਰੀਡਮ ਦੇ ਮਾਮਲੇ ਦੇ ਵਿੱਚ। ਔਰ ਮੈਨੂੰ ਲੱਗਦਾ ਕਿ ਮੀਡੀਆ ਫਰੀਡਮ ਤਾਂ ਮਾਮਲਾ ਹੁੰਦਾ ਹੀ ਹੈ, ਪਰ ਦੂਜੇ ਇੱਕ ਇੰਟੈਲੈਕਚੁਅਲ, ਇੱਕ ਇਕੱਲੇ ਬੰਦੇ ਦਾ ਵੀ ਓਡਾ ਹੀ ਵੱਡਾ ਮਾਮਲਾ ਹੁੰਦਾ ਫਰੀਡਮ ਆਫ ਸਪੀਚ ਦਾ ਜਿਹੜਾ ਮਾਮਲਾ। ਔਰ ਜਦੋਂ ਹੁਣ ਇਹਦੇ 'ਤੇ ਸੁਣਵਾਈ ਹੋਏਗੀ, ਜਿਸ ਤਰੀਕੇ ਦੀ ਇਹ ਟਿੱਪਣੀ ਹੈ, ਤਾਂ ਇਹ ਤੋਂ ਇੱਕ ਉਮੀਦ ਵੱਜਦੀ ਹੈ ਕਿ ਸ਼ਾਇਦ ਹੁਣ ਇਹ ਸੰਵਿਧਾਨਕ ਕਸਵੱਟੀ 'ਤੇ ਪਰਖਿਆ ਜਾਏਗਾ ਅਤੇ ਇਹਦਾ ਕੋਈ ਨਾ ਕੋਈ ਸੋਲੂਸ਼ਨ, ਇਹਦੇ 'ਤੇ ਕੋਈ ਨਾ ਕੋਈ ਨਕੇਲ ਜ਼ਰੂਰ ਪਏਗੀ। ਔਰ ਜੇਕਰ ਇਹਦੇ 'ਤੇ ਨਕੇਲ ਪੈਂਦੀ ਹੈ, ਸੰਵਿਧਾਨਕ ਤੌਰ 'ਤੇ, ਬੁਨਿਆਦੀ ਤੌਰ 'ਤੇ ਇਹਦੀ ਪੂਰੀ ਵਿਆਖਿਆ ਹੋ ਜਾਂਦੀ ਹੈ ਅਤੇ ਇਹਦੇ 'ਤੇ ਇੱਕ ਲਗਾਮ ਲੱਗ ਜਾਂਦੀ ਹੈ, ਤਾਂ ਬੜੀ ਵੱਡੀ ਗਿਣਤੀ 'ਚ ਜਿਹੜੀਆਂ ਪੀੜਤ ਲੋਕ ਨੇ ਇਸ ਤੋਂ, ਜਾਂ ਸਰਕਾਰ ਦੇ ਹੱਥ 'ਚ ਇੱਕ ਡੰਡਾ ਹੈ ਡਰਾਬੇ ਦਾ ਕਿ ਤੁਹਾਡੇ 'ਤੇ ਦੇਸ਼ ਧਰੋਹ ਪਾਤਾ, ਉਹ ਤੋਂ ਨਿਜਾਤ ਮਿਲ ਜੂਗੀ, ਉਹਦੇ ਤੋਂ ਕੁਛ ਰਾਹਤ ਮਿਲੂਗੀ ਲੋਕਾਂ ਨੂੰ ਉਸ ਪੱਧਰ ਦੇ ਉੱਤੇ। ਇਹ ਬਹੁਤ ਲੋੜੀਂਦਾ ਹੈ ਕਿ ਕਾਨੂੰਨ ਦੀ ਵਿਆਖਿਆ ਕਰਨ ਦਾ ਲਾਸਟ ਦੇ ਵਿੱਚ ਸਾਡੇ ਕੋਲ ਜੇ ਕੋਈ ਸੰਸਥਾ ਹੈ ਤਾਂ ਉਹ ਕੋਰਟਾਂ ਨੇ, ਹਾਈ ਕੋਰਟ ਹੈ ਅਤੇ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਜੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਕੋਈ ਸਵਾਲ ਨੇ ਉਹਨਾਂ ਕਾਨੂੰਨਾਂ 'ਤੇ, ਚਾਹੇ ਉਹ ਪਾਰਲੀਮੈਂਟ ਨਹੀਂ ਉਹ ਕੀਤੇ ਨੇ, ਕੀ ਉਹ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਨੇ, ਭਾਵਨਾ ਦੇ ਮੁਤਾਬਕ ਨੇ ਜਾਂ ਨਹੀਂ, ਇਹਦੀ ਵਿਆਖਿਆ ਹੋਣੀ ਚਾਹੀਦੀ ਹੈ। ਹੁਣ ਇਸ ਨਾਲ ਇੱਕ ਉਮੀਦ ਵੱਜੀ ਹੈ, ਇਸ ਕਰਕੇ ਇਹ ਮਹੱਤਵਪੂਰਨ ਹੈ, ਜਿਹੜਾ ਚਰਚਾ ਕਰਨੀ ਜ਼ਰੂਰੀ ਹੈ। ਜੀ ਹਮੀਰ ਸਿੰਘ ਜੀ, ਇਹ ਤਾਂ ਸੀਗੀ ਦੇਸ਼ ਧਰੋਹ ਦੇ ਮੁਕੱਦਮੇ ਦੀ ਗੱਲ। ਇਹਦੇ ਨਾਲ ਹੀ ਜੇਕਰ ਗੱਲ ਕਰੀਏ, ਦੇਸ਼ 'ਚ ਕਰੋਨਾ ਮਹਾਮਾਰੀ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ, ਅਤੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ ਜਿਹੜਾ ਹੈਗਾ, ਸੁਪਰੀਮ ਕੋਰਟ ਨੇ ਵੀ, ਹਾਈ ਕੋਰਟ ਨੇ ਵੀ ਦੇਸ਼ ਦੇ ਲੋਕਾਂ ਨੂੰ ਬਣਦੀ ਜਿਹੜੀ ਸਿਹਤ ਸਹੂਲਤਾਵਾਂ ਮੁਹੱਈਆ ਕਰਾਉਣ ਲਈ ਦਖਲ ਦਿੱਤਾ ਹੈ, ਸਰਕਾਰਾਂ ਨੂੰ ਆਦੇਸ਼ ਦਿੱਤੇ ਨੇ। ਉਸੇ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਵੈਕਸੀਨੇਸ਼ਨ ਨੂੰ ਲੈ ਕੇ ਵੀ ਜਿਹੜਾ ਹੈਗਾ ਇੱਕ ਟਿੱਪਣੀ ਕੀਤੀ ਹੈ, ਸਰਕਾਰ ਨੂੰ ਜਿਹੜਾ ਹੈਗਾ ਆਦੇਸ਼ ਦਿੱਤੇ ਨੇ। ਅਸੀਂ ਜਾਣਨਾ ਚਾਹਾਂਗੇ ਉਹ ਕੀ ਹੈ। ਔਰ ਲੱਗਦਾ ਇਹ ਹੈ ਕਿ ਪਹਿਲੀ ਵਾਰ ਸਰਕਾਰ, ਕੇਂਦਰ ਸਰਕਾਰ ਕਟਹਿਰੇ 'ਚ ਖੜੀ ਹੋਈ ਹੈ ਜਿੱਥੇ ਜਵਾਬ ਨਹੀਂ ਆਇਆ, ਅਤੇ ਉਹਨਾਂ ਦੇ ਤੁਸਾਰ ਮਹਿਤਾ ਪੇਸ਼ ਹੋਏ ਜਿਹੜੇ ਕੇਂਦਰ ਸਰਕਾਰ ਵੱਲੋਂ। ਔਰ ਪਾਲਿਸੀ 'ਤੇ ਇੰਨੇ ਲੰਮੇ ਸਮੇਂ ਬਾਅਦ ਇੱਕ ਡਿਸਕਸ਼ਨ ਹੋ ਰਹੀ ਹੈ ਕਿ ਤੁਹਾਡੀ ਪਾਲਿਸੀ ਕਿਵੇਂ ਨੁਕਸਦਾਰ ਹੈ, ਇਹ ਕਿਵੇਂ ਸਾਰੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਬਣੀ, ਕਿਵੇਂ ਕੁਝ ਖਾਸ ਲੋਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣੀਆਂ। 3-4 ਸਵਾਲ ਸੁਪਰੀਮ ਕੋਰਟ ਨੇ ਉਠਾਏ ਨੇ ਕਿ ਇਹਦਾ ਜਵਾਬ ਤੁਸੀਂ ਦੇਣਾ ਅਗਲੇ 2 ਹਫ਼ਤਿਆਂ ਦੇ ਵਿੱਚ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਸਾਰੇ ਲੋਕਾਂ ਨੂੰ ਡਿਜੀਟਲ ਤਰੀਕੇ ਦੇ ਨਾਲ ਰਜਿਸਟਰਡ ਹੋਣ ਲਈ ਕਿਹਾ ਜੀ, ਅਤੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਓ। ਸੁਪਰੀਮ ਕੋਰਟ ਨੇ ਇਹ ਪੁੱਛਿਆ ਕਿ ਕੀ ਜਿਹੜੇ ਤੁਹਾਡੇ ਪਾਲਿਸੀ ਬਣਾਉਣ ਵਾਲੇ ਬੰਦੇ ਨੇ ਉਹ ਦੇਸ਼ ਨੂੰ ਜਾਣਦੇ ਨੇ, ਗਰਾਊਂਡ 'ਤੇ ਉਹਨਾਂ ਦੀ ਨਜ਼ਰ ਹੈ। ਉਹ ਕਹਿੰਦੇ ਨੇ ਵੀ ਕਿ ਜੇ ਇੱਕ ਬੰਦਾ ਕਿਸੇ ਦੂਰ ਦੇ ਦੂਜੇ ਸੂਬੇ ਦਾ, ਕੋਈ ਝਾਰਖੰਡ ਦਾ ਬੰਦਾ ਹੋਵੇ, ਬਿਹਾਰ ਦਾ ਬੰਦਾ ਹੋਵੇ, ਉਹ ਰਾਜਸਥਾਨ 'ਚ ਜਾ ਕੇ ਕੰਮ ਕਰ ਰਿਹਾ, ਉਹ ਅਨਪੜ੍ਹ ਮਜ਼ਦੂਰ ਨੇ, ਬਹੁਤੇ ਪੜ੍ਹਾਈ ਲਿਖਾਈ ਨਹੀਂ ਹੈ, ਉਹ ਕਿਵੇਂ ਰਜਿਸਟਰਡ ਕਰੇਗਾ ਆਪਣੇ ਆਪ ਨੂੰ? ਬਿਲਕੁਲ। ਜਦੋਂ ਡਿਜੀਟਲ ਇੰਡੀਆ ਇਕੱਲਾ ਗੱਲ ਕਰਨ ਨਾਲ ਨਹੀਂ ਹੁੰਦਾ, ਡਿਜੀਟਲ ਦਾ ਇੱਕ ਸਿਸਟਮ ਹੈ ਕਿ ਉੱਥੇ ਤੱਕ ਉਹ ਜਾਂਦਾ ਹੈ, ਨਹੀਂ ਜਾਂਦਾ, ਕਿੰਨੇ ਲੋਕਾਂ ਨੂੰ ਤੁਸੀਂ ਬਾਹਰ ਕੱਢਦੇ ਹੋ ਉਹਦੇ ਤੋਂ, ਇਹਦਾ ਧਿਆਨ ਤੁਸੀਂ ਰੱਖਿਆ, ਤਾਂ ਉਹ ਕਰੋੜਾਂ ਬੰਦੇ ਦੇ ਤਾਂ ਇਹ ਪੱਖ 'ਚ ਹੀ ਨਹੀਂ ਗਈ। ਇਹਦਾ ਮਤਲਬ ਪਾਲਿਸੀ ਦੇ ਮੁਤਾਬਕ ਜਿਹੜੀ ਉਹਨੂੰ ਵੈਕਸੀਨ ਮਿਲਣੀ ਹੈ, ਜਿਹੜੀਆਂ ਉਹਦੀਆਂ ਲੋੜਾਂ ਪੂਰੀਆਂ ਹੋਣੀਆਂ ਨੇ, ਉਹਦੇ ਤੋਂ ਬਾਹਰ ਚਲਾ ਗਿਆ। ਇਹਦਾ ਜਵਾਬ ਤੁਹਾਡੇ ਕੋਲ ਕੀ ਹੈ? ਦੂਜਾ ਸਵਾਲ ਉਹਨਾਂ ਨੇ ਇਹ ਕੀਤਾ ਕਿ ਦਵਾਈ ਦੀ ਕੀਮਤ ਦਾ ਸਵਾਲ ਹੈ, ਜਿਹੜੀ ਡੋਜ਼ ਦੀ ਕੀਮਤ ਦਾ ਸਵਾਲ ਹੈ ਵੈਕਸੀਨੇਸ਼ਨ ਦਾ। ਇਹ ਤੁਸੀਂ ਕਹਿਤਾ ਜੀ, ਕੇਂਦਰ ਸਰਕਾਰ ਨੂੰ ਕੰਪਨੀ ਕਹਿੰਦੀ ਹੈ ਮੈਂ ਇੰਨੇ ਦੀ ਦੇਵਾਂਗੀ, ਸੂਬਾ ਸਰਕਾਰ ਨੂੰ ਮੈਂ ਇੰਨੇ ਦੀ ਦੇਵਾਂਗੀ, ਫਿਰ 50% ਤੁਸੀਂ ਪ੍ਰਾਈਵੇਟ ਨੂੰ ਦੇਤੀ, ਪ੍ਰਾਈਵੇਟ ਆਪਣੀ ਮਨਮਰਜ਼ੀ ਲਾਏਗਾ ਜਿੰਨਾ ਵੀ ਲਾਏਗਾ। ਅਤੇ ਇਹ ਕਿਹੜੇ ਤਰੀਕੇ ਨਾਲ, ਇਹਦਾ ਆਧਾਰ ਕੀ ਹੈ? ਪਾਲਿਸੀ ਦੇ ਵਿੱਚ ਇੰਨੇ ਰੇਟ ਤੈਅ ਕਰਨਾ, ਇੰਨੀਆਂ ਬਾਕੀ ਲੋਕਾਂ ਨੂੰ ਉਹਦੇ ਰਹਿਮ 'ਤੇ ਛੱਡ ਦੇਣਾ, ਪ੍ਰਾਈਵੇਟ ਪਲੇਅਰਾਂ ਦੇ ਜਾਂ ਬਾਕੀ ਦੇ ਕੰਪਨੀਆਂ ਦੇ, ਇਹਦਾ ਬੇਸ ਕੀ ਹੈ, ਆਧਾਰ ਕੀ ਹੈ, ਦਲੀਲ ਕੀ ਹੈ ਇਹਦੇ ਪਿੱਛੇ, ਉਹ ਦੱਸੋ। ਇਹ ਸਵਾਲ ਖੜਾ ਕੀਤਾ ਉਹਦੇ ਸਾਹਮਣੇ। ਅਤੇ ਇੱਕ ਸਵਾਲ ਤੀਜਾ ਇਹ ਖੜਾ ਕੀਤਾ ਕਿ ਤੁਸੀਂ ਪਹਿਲੀ ਇਹ ਕਿਹਾ ਸੀਗਾ ਕਿ 4500 ਤੋਂ ਉੱਪਰ ਵਾਲਿਆਂ ਦੇ ਅਸੀਂ ਵੈਕਸੀਨ ਲਾਵਾਂਗੇ ਆਹ ਸਮੇਂ ਦੇ ਵਿੱਚ, ਫਿਰ ਤੁਸੀਂ ਕਹਿਤਾ 1 ਮਈ ਤੋਂ ਤੁਸੀਂ 18 ਤੋਂ 45 ਸਾਲ ਵਾਲਿਆਂ ਦੇ ਲਾਓਗੇ, ਅਤੇ ਬਾਕੀ ਅਜੇ ਛੱਡੇ ਹੋਏ ਨੇ ਉਦੋਂ ਹੇਠਲੇ ਬੰਦੇ। ਤੁਹਾਡੇ ਕੋਲ ਕੀ ਸਬੂਤ ਹੈ? ਜਿਹੜਾ ਪਹਿਲੇ ਵਾਲੀ ਤਾਂ ਜਦੋਂ ਕੋਵਿਡ ਆਇਆ ਸੀ ਸਟਾਰਟਿੰਗ ਦੇ ਵਿੱਚ ਸਾਲ ਪਹਿਲਾਂ, ਮਾਰਚ 20, ਉਦੋਂ ਤਾਂ ਮੰਨਿਆ ਜਾ ਰਿਹਾ ਸੀ ਕਿ ਇਹਦੇ 'ਚ ਜਿਹੜੇ ਸ਼ਿਕਾਰ ਨੇ ਜ਼ਿਆਦਾ ਬੰਦੇ, ਉਹ 50 ਸਾਲ ਤੋਂ ਉੱਪਰ ਦੇ ਹੀ ਹੋਏ ਨੇ, ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਈ ਹੈ। ਹੁਣ ਤਾਂ ਉਹ ਤਰੀਕਾ ਵੀ ਬਦਲ ਗਿਆ, ਹੁਣ ਤਾਂ 18 ਤੋਂ 45 ਵਾਲੇ ਵੀ ਬਹੁਤ ਸ਼ਿਕਾਰ ਹੋਏ ਨੇ, ਅਤੇ ਉਹਨਾਂ ਦੇ ਵੀ ਵਿੱਚ ਮੌਤਾਂ ਵੀ ਹੋਈਆਂ ਨੇ, ਬਾਕੀ ਵੀ ਚੀਜ਼ ਹੈ। ਤਾਂ ਤੁਸੀਂ ਇਹ ਪਾਲਿਸੀ ਕਿਹੜੇ ਆਧਾਰ 'ਤੇ ਬਣਾਈ ਹੈ ਕਿ ਬਾਕੀ ਅੱਧੀ ਪਬਲਿਕ ਨੂੰ ਤੁਸੀਂ ਬਾਅਦ ਦੇ ਵਿੱਚ ਦਿਓਗੇ? ਬਾਅਦ 'ਚ ਕਿਉਂ ਦਿਓਗੇ ਜੇ ਉਹਨਾਂ 'ਤੇ ਅਸਰ ਬਰਾਬਰ ਦਾ ਹੋ ਰਿਹਾ ਜਾਂ ਉਦੋਂ ਵੀ ਕਈ ਵਾਰ ਜ਼ਿਆਦਾ ਹੋ ਰਿਹਾ? ਤੁਹਾਡਾ ਕੀ ਵਜੂਦ, ਕਾਹਦੇ ਆਧਾਰ 'ਤੇ ਬਣਾਈ ਹੈ?
ਇਹ ਜਿਹੜੇ ਸਾਰੇ ਸਵਾਲ ਸੁਪਰੀਮ ਕੋਰਟ ਕਰਦੀ ਹੈ ਤਾਂ ਉਹਨਾਂ ਨੂੰ ਕੋਲ ਕੋਈ ਜਵਾਬ ਨਹੀਂ ਸੀ ਫਿਲਹਾਲ ਤਾਂ ਜੀ ਗਵਰਨਮੈਂਟ ਆਫ ਇੰਡੀਆ ਕੋਲ। ਤੇ ਹੁਣ ਉਹ ਹਲਫਨਾਮਾ ਦੇਣਗੇ ਤਾਂ ਕਿਸ ਤਰੀਕੇ ਨਾਲ ਦੇਣਗੇ ਉਹ ਅਲੱਗ ਸਵਾਲ ਹੈ ਕਿ ਇਹਦਾ ਜਵਾਬ ਕੀ ਇਹ ਸਵਾਲ ਸਾਰੇ ਮੀਡੀਆ ਦੇ ਵਿੱਚ ਵੱਖ-ਵੱਖ ਟਾਈਪ ਦੇ ਵਿਗਿਆਨੀ, ਡਾਕਟਰ ਤੇ ਬਾਕੀ ਲੋਕ, ਪੱਤਰਕਾਰ ਇਹ ਸਵਾਲ ਉਠਾਉਂਦੇ ਆ ਰਹੇ ਨੇ। ਬਿਲਕੁਲ। ਪਰ ਸਰਕਾਰ ਨੇ ਅਣਸੁਣੀ ਕੀਤੀ ਇਹਨਾਂ ਸਾਰੇ ਸਵਾਲਾਂ ਦੇ ਉੱਤੇ, ਕੋਈ ਪਰਵਾਹ ਨਹੀਂ ਕੀਤੀ, ਜਿਵੇਂ ਵੀ ਮਰਜ਼ੀ ਚੱਲਦਾ ਸੀ ਚੱਲਦੇ ਰਹੇ ਜੀ। ਤੇ ਪਾਲਿਸੀ ਪੱਧਰ ਦਾ ਜੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੁਣ ਹਜੇ ਵੀ 15 ਦਿਨ ਨੇ, ਜਦ ਤੱਕ ਕਰੋਨਾ ਕਿੰਨਾ ਲੰਘੂਗਾ ਕਿੰਨਾ ਨਹੀਂ ਉਹ ਅਲੱਗ ਸਵਾਲ ਹੈ। ਪਰ ਇਹ ਪਹਿਲੀ ਵਾਰ ਇਹ ਸਟੀਕ ਸਵਾਲ ਇੱਕ ਉੱਚ ਅਦਾਲਤ ਵੱਲੋਂ, ਸਰਵਉੱਚ ਅਦਾਲਤ ਵੱਲੋਂ ਇਹ ਕਰਨੇ ਔਰ ਗਵਰਨਮੈਂਟ ਨੂੰ ਕਟਹਿਰੇ 'ਚ ਖੜਾ ਕਰਨਾ ਇਹ ਦੱਸਦਾ ਹੈ ਕਿ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਜਵਾਬਦੇਹ ਹੋਣਾ ਪਏਗਾ। ਤੇ ਉਹ ਜਵਾਬਦੇਹ ਹੁੰਦੀ ਹੈ ਕੀ ਲੈ ਕੇ ਆਉਂਦੀ ਹੈ ਜਾਂ ਇਹ ਪਾਲਿਸੀ 'ਚ ਕੀ ਬਦਲਾਅ ਹੁੰਦੇ ਨੇ, ਇਹ 10-15 ਦਿਨਾਂ ਤੋਂ ਬਾਅਦ ਜਦੋਂ ਵੀ ਉਹਦਾ ਕੋਈ ਆਏਗਾ ਹਲਫਨਾਮਾ ਉਹ ਤੋਂ ਪਤਾ ਲੱਗੇਗਾ। ਪਰ ਇਹ ਆਪਣੇ ਆਪ ਦੇ ਵਿੱਚ ਲੋਕਾਂ ਦੇ ਸਵਾਲ ਨੇ ਔਰ ਇਹ ਪ੍ਰਸੰਗਕ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈਣਾ ਬਣਦਾ ਜੀ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਵੀ ਕਿ ਜਲਦੀ ਤੋਂ ਜਲਦੀ ਜਿਹੜੀ ਹੈਗੀ ਵੈਕਸੀਨੇਸ਼ਨ ਜਿਹੜੀ ਹੈਗੀ ਕਰਵਾਈ ਜਾਵੇ, ਪਰ ਇਹਦੇ ਨਾਲ ਹੀ ਜਿਹੜਾ ਹੈਗਾ ਇੱਕ ਚੀਜ਼ ਇਹ ਵੀ ਸਾਹਮਣੇ ਆ ਰਹੀ ਹੈ ਵੀ ਕਿ ਸੂਬਿਆਂ ਦੇ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਵੱਖਰੇਵੇਂ ਦਿਖ ਰਹੇ ਨੇ। ਜੇਕਰ ਗੱਲ ਕਰੀਏ ਅਰਵਿੰਦ ਕੇਜਰੀਵਾਲ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਜਿਹੜੇ ਹੈਗੇ ਵੈਕਸੀਨੇਸ਼ਨ ਦੇ ਮੁੱਦੇ ਤੇ ਆਮਣੇ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਉਹ ਕੀ ਕਾਰਨ ਹੈ। ਅਸਲ ਇੱਕ ਤਾਂ ਗੱਲ ਕਲੀਅਰ ਹੀ ਹੈ ਕਿ ਸਾਰੇ ਮੁਲਕਾਂ ਨੇ ਜਿਨ੍ਹਾਂ ਨੇ ਕਰੋਨਾ ਦੇ ਖਿਲਾਫ ਲੜਾਈ ਲੜੀ ਹੈ ਉਹਨਾਂ ਨੇ ਆਪਣੀ ਆਬਾਦੀ ਤੋਂ ਵੀ ਜ਼ਿਆਦਾ ਗਿਣਤੀ ਦੇ ਵਿੱਚ, ਨੰਬਰ ਦੇ ਵਿੱਚ ਕਰੋਨਾ ਜਿਹੜੀ ਵੈਕਸੀਨ ਹੈ ਉਹਦੇ ਆਰਡਰ ਦਿੱਤੇ ਤੇ ਉਹ ਆਰਡਰ ਮੰਗਾ ਕੇ ਧੜਾ ਲਾ ਰਹੇ ਨੇ ਬੜੇ ਵੱਡੇ ਪੱਧਰ ਦੇ ਉੱਤੇ। ਤੇ ਸਾਡੇ ਸਰਕਾਰ ਹੈ ਜਿਹਨੇ ਪਹਿਲਾਂ ਤਾਂ ਇਹ ਕਿਹਾ ਕਿ ਅਸੀਂ ਸਗੋਂ ਦੁਨੀਆ ਨੂੰ ਦੀ ਜਾਨ ਬਚਾਵਾਂਗੇ, ਦੁਨੀਆ ਨੂੰ ਵੈਕਸੀਨ ਦੇਵਾਂਗੇ, ਬੜੀਆਂ ਥਾਪੀਆਂ ਮਾਰੀਆਂ, ਪਿੱਠ ਥਪਥਪਾਈ, ਆਪਣੀ ਸਾਰੀਆਂ ਗੱਲਾਂ ਕੀਤੀਆਂ। ਪਰ ਜਦੋਂ ਸਾਹਮਣੇ ਆਈ ਹਕੀਕਤ ਤਾਂ ਉਹ ਬਿਲਕੁਲ ਉਹਦੇ ਉਲਟ ਹੈ ਜੀ। ਹਕੀਕਤ ਇਹ ਹੈ ਕਿ ਤੁਹਾਡੇ ਕੋਲ ਅਜੇ ਜਿਹੜੇ ਪਹਿਲਾਂ ਸੋਚਿਆ ਸੀ 45 ਤੋਂ ਉੱਪਰ ਵਾਲੇ ਬੰਦਿਆਂ ਦੇ ਵੀ ਵੈਕਸੀਨ ਲਾਉਣ ਦੀ ਪੂਰੀ ਉਨੇ ਜੋਗੀ ਵੀ ਹੈ ਨਹੀਂ ਜੀ, ਬਾਕੀ ਤਾਂ ਛੱਡ ਦਿਓ। ਤੇ ਤੁਸੀਂ ਬਿਨਾਂ ਉਹਦੇ ਤੋਂ ਹੀ ਕਹਿਤਾ 1 ਮਈ ਤੋਂ ਸੂਬੇ ਸ਼ੁਰੂ ਕਰਨ 18 ਤੋਂ 45 ਸਾਲ ਵਾਲੇ, ਬਾਕੀ ਗੱਲਾਂ ਤੇ ਉਹ ਸੂਬੇ ਮੰਗ ਰਹੇ ਨੇ ਕਿ ਸਾਨੂੰ ਤੁਸੀਂ ਦੱਸੋ ਵੈਕਸੀਨ ਤਾਂ ਦਿਓ। ਵੈਕਸੀਨ ਤੁਹਾਡੇ ਕੋਲ ਹੈ ਨਹੀਂ, ਤੁਸੀਂ ਕਹਿੰਦਾ ਤੁਸੀਂ ਆਪ ਖਰੀਦ ਲਓ ਇੰਟਰਨੈਸ਼ਨਲ ਮਾਰਕੀਟ 'ਚੋਂ। ਇੰਟਰਨੈਸ਼ਨਲ ਮਾਰਕੀਟ 'ਚ ਕੰਪਨੀਆਂ ਕਹਿੰਦੀਆਂ ਨੇ ਅਸੀਂ ਕੇਂਦਰ ਸਰਕਾਰ ਨੂੰ ਦੇ ਸਕਦੇ ਹਾਂ, ਤੁਹਾਨੂੰ ਦੇ ਨਹੀਂ ਸਕਦੇ ਜੀ। ਤਾਂ ਉਹ ਆਏਗੀ ਕਿੱਥੋਂ? ਵੈਕਸੀਨ ਤੁਹਾਡੇ ਕੋਲ ਹੈ ਹੀ ਨਹੀਂ। ਫਿਰ ਤੁਸੀਂ ਇੱਕ ਤਰੀਕਾ ਕਹਿੰਦੇ ਹੋ ਕਿ ਅਸੀਂ ਹੌਲੀ ਹੌਲੀ ਪੂਰੇ ਸਾਲ ਦੇ ਵਿੱਚ ਲਾ ਦਾਂਗੇ ਜੀ, ਤੇ ਸਾਲ ਤੱਕ ਕਰੋਨਾ ਦੀ ਉਡੀਕ ਕਰੂਗਾ ਕੋਈ ਬੰਦਾ। ਤੇ ਕਿਸ ਤਰੀਕੇ ਨਾਲ, ਜਦੋਂ ਤੁਹਾਡੇ ਕੋਲ ਵੈਕਸੀਨ ਨਹੀਂ ਸੀ, ਇਦੋਂ ਬਾਅਦ ਤੁਸੀਂ ਪਹਿਲਾਂ ਇਹ ਕਿਹਾ ਕਿ 1 ਮਹੀਨੇ ਜਾਂ 1.5 ਮਹੀਨੇ ਬਾਅਦ ਦੂਜੀ ਡੋਜ਼ ਲੱਗੂਗੀ। ਹੁਣ ਤੁਸੀਂ ਕਹਿਤਾ ਕਿ 3 ਮਹੀਨਿਆਂ ਬਾਅਦ ਦੂਜੀ ਡੋਜ਼ ਲੱਗੂਗੀ। ਹੋ ਸਕਦਾ ਅੱਗੇ ਨੂੰ ਤੁਸੀਂ 6 ਮਹੀਨੇ ਕਰ ਦਿਓ ਦੂਜੀ ਡੋਜ਼। ਉਹਦਾ ਵਿਗਿਆਨਕ ਆਧਾਰ ਕੀ ਹੈ? ਉਹ ਹੈ ਜਿਹੀ ਇੱਕ ਕੰਮ ਜਿਹੜਾ ਇਹ ਕੰਮ ਗੈਰ ਵਿਗਿਆਨਕ ਤਰੀਕੇ ਦਾ ਹੋ ਰਿਹਾ ਹੈ, ਉਹ ਜਿਹੀ ਤਰੀਕਾ ਮਨੋਹਰ ਲਾਲ ਖੱਟਰ ਕਈ ਵਾਰ ਵਰਤ ਰਹੇ ਨੇ, ਉਹ ਜਿਹੀ ਦਲੀਲ ਦੇ ਰਹੇ ਨੇ ਜਿਹੜੀ ਦਲੀਲ ਨਾ ਇਹ ਸਮਝ ਆਉਂਦੀ ਹੈ। ਕਿਉਂਕਿ ਚੀਫ ਮਿਨਿਸਟਰ ਕੋਲ ਵੀ ਇੱਕ ਵਿਗਿਆਨਕ ਸਲਾਹਕਾਰ ਤੋਂ ਲੈ ਕੇ ਬਾਕੀ ਦੇ ਲੋਕਾਂ ਦੀ ਇੱਕ ਫੀਡਬੈਕ ਹੁੰਦੀ ਹੈ। ਉਹ ਦੱਸਦੇ ਨੇ, ਚੀਫ ਮਿਨਿਸਟਰ ਨੇ ਆਪਣੇ ਮਨੋਂ ਹੀ ਨਹੀਂ ਮਨ ਘੜਤ ਗੱਲਾਂ ਕਰਨੀਆਂ ਹੁੰਦੀਆਂ, ਉਹਨੇ ਦੇ ਲੋਕਾਂ ਨੂੰ ਦੇਖ ਕੇ ਗੱਲ ਕਰਨੀ ਹੈ ਕਿ ਕੀ ਕਹਿ ਰਹੇ ਨੇ ਬੰਦੇ। ਔਰ ਉਹ ਉਸ ਬਿਆਨ 'ਤੇ ਰਿਐਕਟ ਕਰ ਰਹੇ ਸੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਕਿ ਸਾਡੇ ਕੋਲ ਪੂਰੀ ਜਿੰਨੀ ਕੁ ਵੈਕਸੀਨ ਆਈ ਸੀ ਉਹ ਅਸੀਂ ਲਾ ਚੁੱਕੇ ਹਾਂ, 2 ਲੱਖ ਯੂਨਿਟ ਤਾਂ ਅਸੀਂ ਇੱਕ ਦਿਨ 'ਚ ਲਾ ਦਿੰਦੇ ਹਾਂ। ਤੇ ਕੱਲ੍ਹ ਸਾਡੇ ਕੋਲ ਬਿਲਕੁਲ ਕੋਈ ਆਇਆ ਹੀ ਨਹੀਂ, ਤੇ ਅੱਗੇ ਵੀ ਪਤਾ ਨਹੀਂ ਹੁਣ ਕੱਲ੍ਹ ਨੂੰ ਆਏਗੀ ਕਿ ਨਹੀਂ ਆਏਗੀ, ਤਾਂ ਅਸੀਂ ਕੀ ਕਰਾਂਗੇ? ਸਾਡੇ ਕੋਲ ਵੈਕਸੀਨ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਲਾ ਲਈਏ। ਇੱਕ ਦਲੀਲ ਹੈ ਉਸ ਪੱਧਰ ਦੇ ਉੱਤੇ। ਬਿਲਕੁਲ। ਤੇ ਖੱਟਰ ਸਾਹਿਬ ਇਹ ਬੋਲ ਰਹੇ ਨੇ ਕਿ ਉਹਨੂੰ ਸਮਝ ਨਹੀਂ ਆ ਰਹੀ ਅਸਲ 'ਚ ਕੇਜਰੀਵਾਲ ਨੂੰ, ਜੇ ਉਹ ਸਾਡੇ ਵਰਗੀ ਸਿਆਣਪ ਵਰਤੇ, ਸਾਰੀਆਂ ਸਰਕਾਰਾਂ ਸਾਡੇ ਤੋਂ ਸਿਆਣਪ ਲੈਣ, ਉਵੇਂ ਵਰਤੋ। ਜੇ ਤੁਹਾਡੇ ਕੋਲ 2 ਲੱਖ ਯੂਨਿਟ ਨੇ, ਤੁਸੀਂ ਕਿਉਂ ਇੱਕੋ ਦਿਨ ਲਾਉਂਦੇ ਹੋ? ਤੁਸੀਂ 10-10 ਹਜ਼ਾਰ ਕਰਕੇ, 20-20 ਹਜ਼ਾਰ ਕਰਕੇ, 30-30 ਹਜ਼ਾਰ ਕਰਕੇ ਲਾਓ, ਇੰਨੇ ਦਿਨ ਕੰਮ ਚਲਾਓ। ਹੁਣ ਇਹ ਕਿਹੜਾ ਵਿਗਿਆਨਕ ਆਧਾਰ ਹੈ ਕਿ ਬੰਦੇ ਮਰਨ ਲਈ ਛੱਡੀ ਜਾਓ ਤੇ ਤੁਸੀਂ ਆਪਣੀ ਵਿਗਿਆਨਕ ਪੁੜੀਆਂ ਦਿੰਦੇ ਰਹੋ ਵੀ ਤੈਨੂੰ 15 ਦਿਨ ਬਾਅਦ ਮਿਲੂਗੀ, ਤੈਨੂੰ ਰੱਖ। ਸਾਰੀ ਦੁਨੀਆ ਕਹਿ ਰਹੀ ਹੈ ਜਿੰਨੀ ਹੈ, ਜਿੰਨੀ ਜਲਦੀ ਲਾਓਗੇ ਉਨਾ ਫਾਇਦਾ। ਬਿਲਕੁਲ। ਔਰ ਜਲਦੀ ਉਹਨੂੰ ਨਿਬੇੜੋ ਤੇ ਜਲਦੀ ਨਿਬੇੜ ਕੇ ਨਾ ਉਹਦੇ ਖਰਾਬ ਹੋਣ ਦਾ ਮਤਲਬ ਕੋਈ ਖਤਰਾ ਰਹਿੰਦਾ, ਨਾ ਬਾਕੀ ਦੀ ਆਵੇ। ਇਹ ਉਸ ਗੱਲ ਦਾ ਜਵਾਬ ਨਹੀਂ ਹੈ ਕਿ ਤੁਹਾਡੇ ਕੋਲ ਵੈਕਸੀਨ ਨਹੀਂ ਹੈ। ਤੁਸੀਂ ਮੰਨੋ ਕਿ ਸਾਡੀ ਗਲਤੀ ਹੋ ਗਈ ਹੈ, ਨਹੀਂ ਹੈ, ਹੁਣ ਅਸੀਂ ਕੋਸ਼ਿਸ਼ ਕਰਾਂਗੇ। ਇਹਦਾ ਜਵਾਬ ਦੇਣਾ ਉਦੋਂ ਵੀ ਮੂਰਖਾਨਾ ਤਰੀਕਾ ਹੈ। ਸਗੋਂ ਜਿਹੜਾ ਜਵਾਬ ਤੁਸੀਂ ਦੇ ਰਹੇ ਹੋ ਉਹ ਗੈਰ ਵਿਗਿਆਨਕ ਵੀ ਹੈ, ਲੋਕਾਂ ਦੇ ਖਿਲਾਫ ਵੀ ਹੈ, ਤੇ ਇਹ ਜਵਾਬ ਦੇ ਵਿੱਚ ਕੋਈ ਤੰਤ ਨਹੀਂ ਹੈ ਜਿਹੜਾ ਖੱਟਰ ਨੇ ਇਸ ਲੈਵਲ 'ਤੇ ਕੀਤਾ। ਇਸੇ ਕਰਕੇ ਚੱਲਦੇ ਉਹ ਫੇਰ ਦੁਬਾਰਾ ਕਹਿ ਜਾਂਦਾ। ਪਹਿਲਾਂ ਵੀ ਕਿਸਾਨਾਂ ਨੇ ਉਹਨੂੰ ਹਿਸਾਰ 'ਚ ਕਿਹਾ ਐਡਾ ਵੱਡਾ ਇਕੱਠ ਕਰਕੇ ਕਿ ਸਾਡੇ ਮੁਤਾਬਕ ਨਹੀਂ, ਕਦੇ ਕਹਿ ਦੂਗਾ ਵੀ ਹੁਣ ਫੇਰ ਕਹਿਤਾ ਵੀ ਇਹ ਕਿਸਾਨੀ ਅੰਦੋਲਨ ਕਰਕੇ ਫੈਲਿਆ ਜੀ, ਕਾਫੀ ਉਹਦਾ ਵੱਡਾ ਹਿੱਸਾ ਹੈ ਪਿੰਡਾਂ ਦੇ ਵਿੱਚ ਕਰੋਨਾ ਜਾਣ ਦਾ। ਇਹ ਬੀਜੇਪੀ ਨੂੰ ਜਾਂ ਬੀਜੇਪੀ ਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਨੂੰ ਮੇਰਾ ਖਿਆਲ ਹੈ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਜਾਣਕਾਰੀ ਲੈ ਕੇ
ਵਿਗਿਆਨਕ ਤਰੀਕੇ ਨਾਲ। ਕਦੇ ਰਾਮਦੇਵ ਕੁਝ ਕਹਿ ਦਿੰਦਾ, ਫਿਰ ਵਾਪਸ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਪੈਂਦੀਆਂ ਨੇ, ਫਿਰ ਉਹ ਕਹਿਣਾ ਚਾਹੁੰਦਾ, ਉਹ ਇੱਕ ਗੱਲ ਦਰੁਸਤ ਕਰਦਾ, ਮਾਫੀ ਮੰਗਦਾ, ਮੁੜ ਕੇ ਫਿਰ ਉਹੀ ਜੋ ਗੱਲ ਕਰ ਦਿੰਦਾ ਜਾ ਕੇ। ਮਤਲਬ ਇਹ ਲਗਾਮ ਨਹੀਂ ਹੈ, ਜਿਹੜੀ ਲਗਾਮ ਨਹੀਂ ਹੈ ਇਹ ਬੜਾ ਨੁਕਸਾਨ ਕਰ ਰਹੀ ਹੈ ਅੱਜ ਦੇ ਸਾਇੰਟੀਫਿਕ ਯੁੱਗ ਵਿੱਚ। ਦੇਸ਼ ਦੀ ਛਵੀ ਦਾ ਵੀ ਨੁਕਸਾਨ ਕਰ ਰਹੀ ਹੈ, ਲੀਡਰਾਂ ਦੀ ਆਪਣੀ ਕਿੰਨੀ ਕੁ ਸਮਝਦਾਰੀ ਹੈ ਉਹਦੇ 'ਤੇ ਵੀ ਸਵਾਲ ਉਠਵਾ ਰਹੀ ਹੈ। ਇਹਨਾਂ ਗੱਲਾਂ ਨੂੰ ਸੋਚਣ ਦਾ ਸਵਾਲ ਹੈ, ਸੋਚ ਕੇ ਮੇਰਾ ਖਿਆਲ ਹੈ ਬਿਆਨ ਦੇਣੇ ਚਾਹੀਦੇ ਨੇ ਜਿਹੜੇ ਜ਼ਿੰਮੇਵਾਰ ਕੁਰਸੀਆਂ 'ਤੇ ਬੈਠੇ ਲੋਕ ਨੇ। ਹਮੀਰ ਸਿੰਘ ਜੀ, ਇੱਕ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਟਕਰਾਅ ਵੱਧਦਾ ਜਾ ਰਿਹਾ। ਅੱਜ ਵੀ ਜਿਹੜੇ ਲਗਭਗ 2 ਦਰਜਨ ਤੋਂ ਵੱਧ ਵਿਧਾਇਕ ਜਿਹੜੇ ਹੈਗੇ ਆ ਦਿੱਲੀ ਹਾਈ ਕਮਾਨ ਕੋਲ ਗਏ ਹੋਏ ਨੇ। ਅਸੀਂ ਜਾਣਨਾ ਚਾਹਾਂਗੇ ਇਹ ਟਕਰਾਅ ਹੁਣ ਤੱਕ ਕਿੱਥੇ ਕੁ ਪਹੁੰਚ ਚੁੱਕਿਆ ਤੇ ਇਹਦੇ ਕੀ ਸੁਲਝਣ ਦਾ ਕੁਝ ਦਿਖ ਰਿਹਾ? ਅਸਲ 'ਚ ਇਹ ਹੈ ਵੀ ਕਾਂਗਰਸ ਦਾ ਟੱਲਾ ਠੀਕ ਆ ਗਿਆ ਕੁਦਰਤੀ। ਹਾਲਾਂਕਿ ਜਿੰਨੇ ਨੇ ਵਾਅਦੇ ਕੀਤੇ ਸੀ ਸ਼ੁਰੂ ਤੋਂ ਲੈ ਕੇ, ਉਹ ਵਾਅਦਿਆਂ 'ਚੋਂ ਤਾਂ ਅਜੇ ਜਿਵੇਂ ਕਹਿੰਦੇ ਨੇ ਪੂਰਾ ਸ਼ੋਅ ਹੈ ਬਣਿਆ ਹੋਇਆ, ਉਹਦੇ 'ਚ ਤਾਂ ਪੂਣੀ ਬਣੀ ਕੱਤੀ ਵਾਅਦਿਆਂ 'ਚੋਂ। ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਨ ਦਾ ਸੀ, ਘਰ ਘਰ ਨੌਕਰੀ ਦੇਣ ਦਾ ਸੀ, ਨਸ਼ਿਆਂ ਦਾ ਲੱਕ ਤੋੜ ਦੇਣ ਦਾ ਸੀ, ਔਰ ਇਸੇ ਤਰੀਕੇ ਦੇ ਨਾਲ ਸਭ ਤੋਂ ਵੱਡਾ ਜਿਹਦੇ 'ਤੇ ਹੁਣੇ ਰੌਡ ਪਾ ਰਹੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਮਤਲਬ ਫੜ ਕੇ ਉਹਨਾਂ ਨੂੰ ਸਜ਼ਾ ਦੇਣ ਦਾ ਸੀ, ਉਹਨਾਂ ਦੀ ਨਿਸ਼ਾਨਦੇਹੀ ਕਰਨ ਦਾ ਸੀ। ਕੋਈ ਇੱਕ ਨੂੰ ਤਾਂ ਉਭਾਰ ਰਹੇ ਨੇ, ਬਾਕੀ ਮੁੱਦਿਆਂ 'ਤੇ ਤਾਂ ਬਾਕੀ ਕਾਂਗਰਸੀ ਵੀ ਨਹੀਂ ਬੋਲ ਰਹੇ। ਜੀ ਬਿਲਕੁਲ, ਕਿਉਂਕਿ ਇਹ ਜਿਹੜਾ ਇੱਕ ਸੰਵੇਦਨਸ਼ੀਲ ਮੁੱਦਾ ਹੈ, ਇਹ ਭਾਵਨਾਤਮਕ ਮੁੱਦਾ ਹੈ। ਭਾਵਨਾਤਮਕ ਮੁੱਦੇ 'ਤੇ ਲੋਕ ਰਿਐਕਟ ਕਰ ਰਹੇ ਨੇ, ਔਰ ਇਸੇ ਕਰਕੇ ਅਜੇ ਕਿਸਾਨ, ਕਿਉਂਕਿ ਪਿਛਲੇ ਲਗਭਗ 6 ਮਹੀਨੇ ਦੀ ਬਜਾਏ ਹੁਣ 9-10 ਮਹੀਨੇ ਹੀ ਹੋ ਗਏ, ਪਹਿਲਾਂ ਇੱਥੇ ਤੇ ਫਿਰ ਉੱਥੇ ਦਿੱਲੀ ਵੱਲ ਕਿਸਾਨ ਉੱਥੇ ਬੈਠਾ ਹੋਇਆ ਹੈ, ਵੱਡੇ ਅੰਦੋਲਨ ਉੱਥੇ ਹੋ ਰਹੇ ਆ, ਇਹਨਾਂ ਦੀ ਜਵਾਬਦੇਹੀ ਨਹੀਂ ਹੋ ਰਹੀ ਅਜੇ। ਨਹੀਂ ਤਾਂ ਇਹ ਆਖਰੀ ਸਾਲ ਲੋਕਾਂ ਨੇ ਪੰਜਾਬ ਦਿਆਂ ਨੇ ਇਹਨਾਂ ਤੋਂ ਪੁੱਛਣਾ ਸੀ ਬਿਲਕੁਲ ਕਿ ਤੁਸੀਂ ਦੱਸੋ ਭਾਈ, ਤੁਸੀਂ ਜੋ ਵਾਅਦਾ ਕੀਤਾ, ਵੋਟਾਂ 22 'ਚ ਨੇ, ਅਜੇ ਕੇਂਦਰ ਦੀਆਂ ਤਾਂ 24 'ਚ ਨੇ, ਉਹਨੂੰ ਬਾਅਦ 'ਚ ਪੁੱਛਾਂਗੇ। ਤੇ ਪਰ ਇਹਨਾਂ ਨੂੰ ਇਹ ਲੱਗਿਆ ਕਿ ਸਾਡੇ ਫਾਇਦੇਮੰਦ ਹੈ ਤੇ ਆਪਾਂ ਉਸ ਲੈਵਲ 'ਤੇ ਗੱਲ ਕਰੀਏ। ਕਾਂਗਰਸ 'ਚ ਤਾਂ ਹੁਣ ਅੰਦਰੂਨੀ ਸੱਤਾ ਦੀ ਲੜਾਈ ਹੈ। ਜੇ ਇੰਨੀ ਦਿਆਨਤਦਾਰੀ ਉਹ ਕਾਂਗਰਸ ਦੇ ਨਾ MLA ਚਾਹੇ ਉਸ ਧੜੇ ਦੇ ਨੇ ਚਾਹੇ ਉਸ ਧੜੇ ਦੇ ਹੁੰਦੀ, ਤਾਂ ਪਿਛਲੇ 3-4 ਸਾਲਾਂ ਤੋਂ ਇਹ ਗੱਲ ਕਹਿੰਦੇ, ਘੱਟੋ ਘੱਟ ਆਪਣੀ ਸਰਕਾਰ ਦੇ ਵਿੱਚ ਬੋਲਦੇ, ਉਹਨਾਂ ਨੂੰ ਕਹਿੰਦੇ ਅੰਦਰੂਨੀ ਜਮਹੂਰੀਅਤ ਦੇ ਤੌਰ ਦੇ ਉੱਤੇ ਕਿ ਤੁਸੀਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਪਈਆਂ ਹੋਈਆਂ ਰਿਪੋਰਟਾਂ ਨੇ ਉਹਨਾਂ ਨੂੰ ਜਗ ਜ਼ਾਹਰ ਕਰੋ ਨਸ਼ੇ ਦੇ ਬਾਰੇ, ਕਿਹੜੇ ਪੋਲੀਟੀਸ਼ੀਅਨ ਦਾ ਨੈਕਸਸ ਹੈ, ਕਿਹੜੇ ਲੀਡਰ ਨੂੰ, ਕਿਹੜੇ ਅਫਸਰ ਨੂੰ ਕੌਣ ਬਚਾ ਰਿਹਾ ਹੈ, ਕੀ ਤਰੀਕਾ, ਉਹ ਸਾਰਾ ਲੋਕਾਂ ਦੇ ਸਾਹਮਣੇ ਲਿਆਓ ਪਾਰਦਰਸ਼ੀ ਤਰੀਕੇ ਦੇ ਨਾਲ। ਪਰ ਇਹ ਆਵਾਜ਼ ਨਹੀਂ ਉੱਠੀ। ਬਿਲਕੁਲ ਹੁਣ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਸਾਡੇ ਲਈ ਔਖਾ ਹੋਊਗਾ, ਤਾਂ ਤੁਸੀਂ ਅੰਦਰੂਨੀ ਬੋਲ ਰਹੇ ਹੋ। ਕਈਆਂ ਦਾ ਆਪਣਾ ਆਪਣਾ ਇੱਕ ਸੱਤਾ ਦਾ ਉਹ ਗਰੁੱਪ ਹੈ। ਅਮਰਿੰਦਰ ਸਿੰਘ ਨੇ ਜੇ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਉਹਨੂੰ ਇਹਦਾ ਜਵਾਬ ਦੇਣ ਦੀ ਵੀ ਲੋੜ ਨਹੀਂ ਸੀ, ਔਰ ਇਹ ਜਵਾਬ ਵੀ ਸਾਹਮਣੇ ਆ ਜਾਂਦਾ ਜੇਕਰ ਪੇਸ਼ੇਵਰ ਤਰੀਕੇ ਨਾਲ ਕੀਤਾ ਜਾਂਦਾ। ਪਰ ਜਿਹੜੇ ਵਿਰੋਧੀ ਗਰੁੱਪ ਵੀ ਇਹ ਗੱਲਾਂ ਕਰ ਰਿਹਾ ਸਾਰੀਆਂ, ਉਹ ਕਿਹੜਾ ਇੱਕ ਗਰੁੱਪ ਹੈ ਕੋਈ? ਸਾਰਾ ਕੀ ਜਿਹੜੇ ਸਾਰੇ ਅਮਰਿੰਦਰ ਸਿੰਘ ਦੇ ਖਿਲਾਫ ਹੁਣ ਗਰੁੱਪ ਬਣ ਰਿਹਾ ਹੈ, ਉਹ ਕਿਹਦੀ ਅਗਵਾਈ 'ਚ ਹੈ? ਉਹ ਪ੍ਰਤਾਪ ਬਾਜਵਾ ਨੂੰ ਲੀਡਰ ਮੰਨਦਾ, ਉਹ ਨਵਜੋਤ ਸਿੱਧੂ ਨੂੰ ਲੀਡਰ ਮੰਨਦਾ, ਉਹ ਸੁਨੀਲ ਜਾਖੜ ਨੂੰ ਲੀਡਰ ਮੰਨਦਾ। ਕੋਈ ਕਿਸੇ ਨੂੰ ਇੱਕ ਨੂੰ ਲੀਡਰ ਨਹੀਂ ਮੰਨਣ ਲਈ ਤਿਆਰ। ਉਹ ਵੀ ਅਜੇ ਆਪਣਾ ਜਿਹੜਾ ਸਿਸਟਮ ਹੀ ਉਸ ਲੈਵਲ 'ਤੇ ਗੱਲਾਂ ਕਰ ਰਹੇ ਨੇ ਮੇਰੇ ਖਿਆਲ ਹੈ। ਔਰ ਹਾਈ ਕਮਾਂਡ ਜਿਹੜੀ ਹੈ ਬਹੁਤ ਕਮਜ਼ੋਰ ਹੈ। ਹਾਈ ਕਮਾਂਡ ਦੀ ਕਮਜ਼ੋਰੀ ਇੱਥੋਂ ਵੀ ਨਜ਼ਰ ਆ ਰਹੀ ਹੈ ਕਿ ਉਹਦੇ 'ਤੇ ਵੀ ਸਵਾਲ ਉੱਠ ਰਹੇ ਨੇ ਕਿ ਤੂੰ ਆਪਣਾ ਘਰ ਸੰਵਾਰੋ, ਰੈਗੂਲਰ ਪ੍ਰਧਾਨ ਦਿਓ ਜਿਹੜਾ ਲੋਕਾਂ 'ਚ ਵਿਚਰੇ, ਲਗਾਤਾਰ ਦੇਸ਼ ਦੇ ਵਿੱਚ ਲਾਮਬੰਦੀ ਕਰੋ। ਦੇਸ਼ ਦੇ ਵਿੱਚ ਜਿਸ ਲੈਵਲ ਦਾ ਹੁਣ ਮਾਹੌਲ ਹੈਗਾ ਔਰ ਲੋਕਾਂ ਨੂੰ ਚਾਹੀਦਾ ਹੈ ਵਿਰੋਧੀ ਧਿਰ ਮਜ਼ਬੂਤ, ਅਤੇ ਉਹ ਜਿਹੇ ਆਪਣੇ ਆਪ ਨੂੰ ਉਹਦੇ ਕਾਬਲ ਬਣਾਓ, ਉਹਨਾਂ ਤੋਂ ਵੀ ਨਹੀਂ ਬਣ ਰਿਹਾ। ਪਰ ਹਾਈ ਕਮਾਂਡ ਨੇ ਲਾ ਪਾ ਕੇ ਇੱਕ ਗੱਲ ਜ਼ਰੂਰ ਦੱਸਤੀ, ਅਜੇ ਵੀ ਹਾਈ ਕਮਾਂਡ ਅਜੇ ਹੈਗੀ ਹੈ। ਇਸੇ ਕਰਕੇ 3 ਮੈਂਬਰੀ ਕਮੇਟੀ ਬਣਾਤੀ, ਉੱਥੇ ਸੱਦੇ ਹੈ। ਮੈਨੂੰ ਤਾਂ ਇਹ ਲੱਗਦਾ ਸੀ ਉਹ ਤਰੀਕਾ ਵੀ ਕੋਈ ਬਹੁਤ ਜ਼ਿਆਦਾ ਤਰੀਕਾ ਨਹੀਂ, ਇਹੀ ਦੱਸਣਾ ਕਿ ਅਸੀਂ ਤੁਹਾਡੇ ਤੋਂ ਸੁਪੀਰੀਅਰ ਹਾਂ, ਉੱਥੇ ਆ ਜਾਓ। ਜੇ ਕਰੋਨਾ ਦੇ ਦੌਰ ਦੇ ਵਿੱਚ 25-25 ਬੰਦੇ ਤੁਸੀਂ ਉੱਥੇ ਸੱਦਦੇ ਹੋ, ਇੱਥੋਂ ਗੱਡੀਆਂ ਜਾ ਰਹੀਆਂ ਨੇ, ਉਹ 3 ਬੰਦੇ ਇੱਥੇ ਹੀ ਬੈਠ ਕੇ ਕਿਉਂ ਨਹੀਂ ਇਕੱਲੇ ਬੰਦੇ ਨੂੰ ਬੁਲਾ ਕੇ ਸੁਣ ਲੈਂਦੇ ਜਿਹੜੇ ਉੱਥੋਂ ਆ ਕੇ? ਅਜੇ ਵੀ ਉਹ ਜਿਹੜਾ ਪਾਵਰ ਦਾ ਇੱਕ ਸਟਰਕਚਰ ਬਣਿਆ ਹੋਇਆ ਉਸ ਲੈਵਲ ਦਾ ਨਹੀਂ। ਮੈਨੂੰ ਤਾਂ ਲੱਗਦਾ ਸੀ ਕਿ ਇਹ ਸਵਾਲ ਵੀ ਜਮਹੂਰੀਅਤ ਦੇ ਵਿੱਚ ਉੱਠਣੇ ਚਾਹੀਦੇ ਨੇ ਕਿ ਤੁਹਾਡੇ ਬੰਦੇ ਜਿਹੜੇ 3 ਮੈਂਬਰੀ ਕਮੇਟੀ ਉਹ ਇੱਥੇ ਵਿਜ਼ਿਟ ਕਰੇ, ਕਿਤੇ ਵੀ ਬਹਿ ਜੇ, ਪੰਜਾਬ ਭਵਨ ਬਹਿ ਜੇ, ਜਿੱਥੇ ਮਰਜੀ, ਇਕੱਲੇ ਨੂੰ ਬੁਲਾਈ ਜਾਓ ਅਤੇ ਇਕੱਲੇ ਨੂੰ ਸੁਣੀ ਜਾਓ। ਇਹ ਜਿਹੜੀ ਦਾਅਵੇਦਾਰੀ ਹੈ ਕਿ ਉਹ 3 ਬੰਦੇ ਆ ਕੇ ਕਰਨਗੇ, ਇਹਦੇ 'ਚੋਂ ਨਿਕਲਣਾ ਕੁਛ ਨਹੀਂ। ਔਰ ਆਪੋ ਆਪਣੀ ਗੱਲ ਕਹਿਣਗੇ, ਗੱਲ ਕਹਿ ਕੇ ਆਉਣਗੇ ਅਤੇ ਪੁਰਾਣੀ ਤਨਖਾਹ 'ਤੇ ਕੰਮ ਕਰਨਗੇ। ਮੈਨੂੰ ਨਹੀਂ ਲੱਗਦਾ ਕਿ ਅਜੇ ਬਹੁਤ ਜ਼ਿਆਦਾ ਕੁਝ ਇਹਦੇ 'ਚ ਹੋਣ ਵਾਲਾ, ਕਿਉਂਕਿ ਅਜੇ ਜਿਹੜੇ 5-7 ਮਹੀਨੇ ਪਏ ਨੇ ਇਹਦੇ ਵਿੱਚ ਸਭ ਦੀਆਂ ਹੀ ਕਮਜ਼ੋਰੀਆਂ ਨੇ।
ਵੱਡੀ ਗਿਣਤੀ ਦੇ ਵਿੱਚ ਜਿਹੜੇ ਐਮਐਲਏ ਮੰਤਰੀ ਹੁੰਦੇ ਨੇ ਉਹਨਾਂ ਨੇ ਇਹੋ ਜਿਹੀਆਂ ਘਪਲੇਬਾਜ਼ੀਆਂ ਕੀਤੀਆਂ ਹੁੰਦੀਆਂ ਨੇ, ਜਿਹੜਾ ਚੀਫ ਮਿਨਿਸਟਰ ਦੇ ਹੱਥ 'ਚ ਕੁੰਜੀ ਹੁੰਦੀ ਹੈ, ਐਸਐਸਪੀ ਮਗਰ ਪਾਉਣਾ, ਵਿਜੀਲੈਂਸ ਮਗਰ ਪਾਉਣੀ, ਪੁਲਿਸ ਮਗਰ ਪਾਉਣੀ ਜਾਂ ਬਾਕੀ ਦੀਆਂ ਫਾਈਲਾਂ ਖੋਲ੍ਹਣੀਆਂ। ਆ ਪਿਛਲੇ ਦਿਨਾਂ 'ਚ ਡਰਾਬੇ ਜਿਹੜੇ ਦਿੱਤੇ ਨੇ ਸਭ ਦੇ ਸਾਹਮਣੇ ਹੀ ਨੇ ਉਸ ਲੈਵਲ ਤੇ। ਇਸ ਲਈ ਤੁਸੀਂ ਦਬੰਗੀ ਨਾਲ ਤਾਂ ਲੜ ਸਕਦੇ ਹੋ ਜੇ ਤੁਸੀਂ ਓਨੈਸਟਲੀ ਤੇ ਉਸ ਲੈਵਲ ਤੇ। ਉਹ ਇੱਕਾ ਦੁੱਕਾ ਬੰਦੇ ਨੇ, ਕੋਈ ਬਹੁਤੇ ਬੰਦੇ ਨਹੀਂ ਉਸ ਲੈਵਲ ਦੀ ਲੜਾਈ ਦੇ ਲਈ। ਇਹ ਅੰਦਰੂਨੀ ਲੋਕਾਚਾਰੀ ਹੈ। ਮੈਨੂੰ ਲੱਗਦਾ ਕਿ ਸਗੋਂ ਕਾਂਗਰਸ ਦਾ ਇਹ ਅੰਦਰੂਨੀ ਕਲੇਸ਼ ਪੰਜਾਬ ਦਾ ਨੁਕਸਾਨ ਕਰ ਰਿਹਾ, ਪੰਜਾਬ ਦੇ ਅੰਦੋਲਨ ਦਾ ਵੀ ਨੁਕਸਾਨ ਕਰ ਰਿਹਾ। ਕਿਸਾਨ ਦਾ ਜੋ ਅੰਦੋਲਨ ਚੱਲ ਰਿਹਾ, ਪੰਜਾਬ ਦੇ ਅੰਦੋਲਨ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਦੂਜੀਆਂ ਮੰਗਾਂ ਮਸਲੇ ਨੇ ਉਹਦੇ ਤੋਂ ਧਿਆਨ ਡਾਇਵਰਟ ਕਰ ਰਹੇ ਆ, ਦੂਜੇ ਪਾਸੇ ਲਾ ਰਹੇ ਆ। ਔਰ ਇਸ ਗੱਲ ਦੇ ਲਈ ਵੀ ਇਹਨਾਂ ਸਾਰੇ ਬੰਦਿਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਕਿ ਤੁਸੀਂ ਲੋਕਾਂ ਦੇ ਜਿਹੜੇ ਕਰੋਨਾ ਦੇ ਵਿੱਚ ਜਾ ਕੇ ਲੋਕਾਂ ਦੀ ਬਾਂਹ ਫੜ ਲਈ ਸੀ। ਤੁਸੀਂ ਜਿਹੜੇ ਕਿਸਾਨ ਲੀਡਰ ਜਾਂ ਕਿਸਾਨ 400 ਤੋਂ ਵੱਧ, ਪੌਣੇ 400 ਤੋਂ 473 74 ਸ਼ਹੀਦ ਹੋ ਚੁੱਕੇ ਨੇ, ਜਿਸ 'ਚੋਂ 87% ਪੰਜਾਬ ਦੇ ਨੇ। ਉਹਨਾਂ ਦੇ ਘਰਾਂ 'ਚ ਜਾਣਾ ਸੀ, ਤੁਸੀਂ ਗੱਲ ਕਰਨੀ ਸੀ। ਜਿਹੜੇ ਹੁਣ ਵੀ ਖੁਦਕਸ਼ੀਆਂ, ਜਿਹੜੇ ਬੇਰੁਜ਼ਗਾਰ ਹੋ ਰਹੇ ਨੇ ਕਰੋਨਾ ਕਰਕੇ, ਉਹਨਾਂ ਦੇ ਘਰਾਂ 'ਚ ਗੱਲ ਕਰਨੀ ਸੀ। ਤੁਸੀਂ ਜਾਣਦੇ ਹੋ ਆਪਸੀ ਲੜਾਈ 'ਚ ਦਿੱਲੀ ਬੈਠਦੇ ਹੋ, ਇੱਥੇ ਬੈਠਦੇ ਹੋ, ਆਪਣੀਆਂ ਮੀਟਿੰਗਾਂ ਤੋਂ ਤੁਹਾਨੂੰ ਬੇਲ ਨਹੀਂ ਮਿਲਦੀ ਤਾਂ ਸਰਕਾਰ ਕਿਵੇਂ ਚਲਾ ਰਹੇ ਹੋ? ਇਹ ਕੁਐਸਚਨ ਮਾਰਕ ਹੈ ਬਹੁਤ ਵੱਡਾ। ਔਰ ਇਹ ਸਵਾਲਾਂ ਦਾ ਜਵਾਬ ਕਾਂਗਰਸ ਪਾਰਟੀ ਨੂੰ ਵੀ, ਕਾਂਗਰਸ ਦੇ ਲੀਡਰਾਂ ਨੂੰ ਵੀ ਦੇਣਾ ਪਏਗਾ ਔਰ ਲੋਕਾਂ ਨੂੰ ਸਵਾਲ ਖੜੇ ਕਰਨੇ ਚਾਹੀਦੇ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਚੰਦ ਦੂਰੀ ਤੇ ਬੈਠੇ ਲੋਕਾਂ ਦੀਆਂ ਗੱਲਾਂ ਤਾਂ ਸੁਣੀਆਂ ਨਹੀਂ ਜਾ ਰਹੀਆਂ, ਕਰੋਨਾ ਵਰਗੀ ਮਹਾਮਾਰੀ 'ਚ ਉਹਨਾਂ ਤੱਕ ਤਾਂ ਪਹੁੰਚਿਆ ਨਹੀਂ ਜਾ ਰਿਹਾ, ਪਰ ਆਪਣੀ ਕੁਰਸੀ ਬਚਾਉਣ ਲਈ ਜਿਹੜਾ ਹੈਗਾ 300 ਕਿਲੋਮੀਟਰ ਦੂਰ ਦਿੱਲੀ ਹਾਈ ਕਮਾਨ ਦੇ ਦਰਬਾਰ 'ਚ ਜ਼ਰੂਰ ਪੇਸ਼ ਹੋਣ ਲਈ ਜਾ ਰਹੇ ਨੇ। ਹੁਣ ਇਹ ਦੇਖਣ ਵਾਲੀ ਗੱਲ ਇਹ ਰਹੇਗੀ ਲੋਕ ਇਸ ਗੱਲ ਤੋਂ ਕਿੰਨਾ ਕੁ ਸਮਝਦੇ ਨੇ ਤੇ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਇਹੋ ਜਿਹੇ ਜਿਹੜੇ ਸਵਾਲ ਹੈ ਕਾਂਗਰਸੀ ਵਿਧਾਇਕਾਂ ਨੂੰ ਜਾਂ ਲੀਡਰਾਂ ਨੂੰ ਕਰਦੇ ਨੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।